ਵੀਡੀਓ ਦੇਖ ਰਹੇ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਵੀਡੀਓ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 9th ਕਲਾਸ ਦੀ ਅਸੀਂ ਅੱਜ ਸੈਕੰਡ ਚੈਪਟਰ ਦੀ ਬਹੁਪਦ ਦੀ ਜਿਹੜੀ ਸੈਕੰਡ ਅਭਿਆਸ ਹੈ 2.2 ਉਹ ਕਰਾਂਗੇ। ਠੀਕ ਹੈ, ਅਭਿਆਸ 2.1 ਅਸੀਂ ਲਾਸਟ ਵੀਡੀਓ ਦੇ ਵਿੱਚ ਕਵਰ ਕੀਤੀ ਸੀ। ਉਹਦੇ ਵਿੱਚ ਕੁਝ ਬੇਸਿਕਸ ਵੀ ਆਪਾਂ ਕੀਤੇ ਸੀ। ਬਹੁਪਦ ਕਿਹਨੂੰ ਕਹਿੰਦੇ ਆ, ਕਿਹਨਾਂ ਬੀਜ ਗਣਿਤਕ ਵਿਅੰਜਕਾਂ ਨੂੰ ਬਹੁਪਦ ਜਾਂ ਪੋਲੀਨੋਮੀਅਲ ਕਿਹਾ ਜਾਂਦਾ ਹੈ। ਠੀਕ ਹੈ, तो आज ਅਸੀਂ ਐਕਸਰਸਾਈਜ਼ 2.2 ਦੇ ਸਵਾਲ ਜਿਹੜੇ ਕਰਨ ਜਾ ਰਹੇ ਹਾਂ। तो आओ देखते हैं। सब तो पहला रकम साडे कोल। तो अभ्यास 2.2 ਦਾ ਪਹਿਲਾ ਸਵਾਲ ਸਾਡੇ ਕੋਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਹੇਠ ਲਿਖਿਆਂ ਦੇ ਬਹੁਪਦ 5x - 4x² = 3 ਦਾ ਮੁੱਲ ਕੱਢੋ। ਅਸੀਂ ਇਸ ਪੋਲੀਨੋਮੀਅਲ ਦਾ, ਇਸ ਬਹੁਪਦ ਦਾ ਜਿਹੜਾ ਮੁੱਲ ਪਤਾ ਕਰਨਾ ਹੈ, ਵੈਲਿਊ ਦੀ ਪਤਾ ਕਰਨੀ ਹੈ। ਅਸੀਂ ਕਦੋਂ ਪਤਾ ਕਰਨੀ ਹੈ? ਜਦੋਂ x ਦੀ ਵੈਲਿਊ ਸਾਡੇ ਕੋਲ 0 ਹੈ ਜਾਂ x ਦੀ ਵੈਲਿਊ -1 ਹੈ। ਤੀਸਰਾ ਪਾਰਟ ਹੈ ਸਾਡੇ ਕੋਲ x ਜਦੋਂ 2 ਹੈ। तो ਅਸੀਂ ਇਹਦੇ 'ਚ ਕਰਨਾ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਦੇਖਦੇ ਹਾਂ। ਜਿਹੜਾ ਦਿੱਤਾ ਹੋਇਆ ਬਹੁਪਦ ਹੈ ਇਹਦਾ ਅਸੀਂ ਨਾਮ ਰੱਖ ਲਾਂਗੇ px। ਮੰਨ ਲਓ px बराबर 5x - 4x² = 3। ठीक है, 5x - 4x² + 3। तो ਇਹਦੇ ਵਿੱਚ ਅਸੀਂ ਹੁਣ ਕਰਨਾ ਕੀ? ਜਿਵੇਂ ਪਹਿਲਾ ਪਾਰਟ ਹੈ, ਅਸੀਂ ਇਸ ਪੋਲੀਨੋਮੀਅਲ ਦੀ, ਇਸ ਬਹੁਪਦ ਦੀ ਕੀਮਤ ਪਤਾ ਕਰਨੀ ਹੈ, ਇਹਦਾ ਮੁੱਲ ਪਤਾ ਕਰਨਾ ਹੈ ਜਦੋਂ x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 0 ਹੋਵੇ। ਠੀਕ ਹੈ, ਹੁਣ ਇਹ ਜਿਹੜਾ ਬਹੁਪਦ ਹੈ ਇਹਦੇ ਵਿੱਚ x ਜਿਹੜਾ ਉਹ ਸਾਡੇ ਕੋਲ ਚੱਲ ਹੈ। ਠੀਕ ਹੈ ਨਾ, x ਜਿਹੜਾ ਉਹ ਸਾਡੇ ਕੋਲ ਚੱਲ ਹੈ, ਜਦ ਇਹਨੂੰ ਅਸੀਂ ਵੇਰੀਏਬਲ ਬੋਲਦੇ ਹਾਂ। ਠੀਕ ਹੈ, ਇਹ ਵੇਰੀਏਬਲ ਹੈ। ਵੇਰੀਏਬਲ ਹੈ ਮਤਲਬ x ਦੀ ਜਿਹੜੀ ਕੀਮਤ ਹੈ ਉਹ ਚੇਂਜ ਹੋਏਗੀ ਕੁਛ ਨਾ ਕੁਛ, ਹੈ ਨਾ। ਹਰ ਸਿਚੁਏਸ਼ਨ ਦੇ ਵਿੱਚ ਅਸੀਂ x ਦੀ ਕੀਮਤ ਜਿਹੜੀ ਹੈ ਚੇਂਜ ਕਰ ਸਕਦੇ ਹਾਂ ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ। ਤਾਂ x ਦੀ ਕੀਮਤ ਜਦੋਂ 0 ਹੋਏਗੀ ਉਸ ਵੇਲੇ ਇਸ ਪੋਲੀਨੋਮੀਅਲ, ਇਸ ਬਹੁਪਦ ਦੀ ਕੀ ਕੀਮਤ ਬਣੇਗੀ? ਜਦੋਂ x ਦੀ ਵੈਲਿਊ ਸਾਡੇ ਕੋਲ -1 ਹੋਏਗੀ ਉਸ ਵੇਲੇ ਇਸ ਬਹੁਪਦ ਦੀ ਕੀਮਤ ਕੀ ਬਣੇਗੀ? ਇਹ ਅਸੀਂ ਇਹਦੇ 'ਚ ਪਤਾ ਕਰਨਾ ਹੈ। ਠੀਕ ਹੈ, ਜਿਵੇਂ ਹੁਣ ਪਹਿਲਾ ਸਵਾਲ ਹੈ ਸਾਡੇ ਕੋਲ, ਪਹਿਲੇ ਸਵਾਲ ਦੇ ਵਿੱਚ ਹੈ x = 0। तो ਅਸੀਂ ਕੀ ਕਰਨਾ ਹੈ? ਇਸ ਬਹੁਪਦ ਦੇ ਵਿੱਚ x ਦੀ ਜਗ੍ਹਾ ਤੇ ਅਸੀਂ 0 ਨੂੰ ਜਿਹੜਾ ਸਬਸਟੀਟਿਊਟ ਕਰ ਦੇਣਾ। ਠੀਕ ਹੈ, ਕਿਵੇਂ? p0 ਜਿੱਥੇ ਜਿੱਥੇ ਵੀ x ਲਿਖਿਆ ਹੋਇਆ ਉਹਦੇ ਵਿੱਚ ਉਹਦੀ ਜਗ੍ਹਾ ਤੇ x ਨੂੰ ਹਟਾ ਕੇ ਉਹਦੀ ਜਗ੍ਹਾ ਤੇ ਅਸੀਂ 0 ਲਿਖ ਦਿਆਂਗੇ। ਠੀਕ ਹੈ, तो ਇਹ ਸਾਡੇ ਕੋਲ ਬਣੇਗਾ 5। ਇੱਥੇ x ਹੈ। ਜਦੋਂ ਵੀ ਸਬਸਟੀਟਿਊਸ਼ਨ ਕਰਨੀ ਹੋਵੇ ਨਾ, ਵੈਲਿਊ ਭਰਨੀ ਹੋਵੇ, ਤਾਂ ਉਸ ਵੇਲੇ ਹਮੇਸ਼ਾ ਉਹਨੂੰ ਬ੍ਰੈਕਟ ਦੇ ਵਿੱਚ ਪਾ ਲੈਣਾ। तो x ਹੈ, तो x ਨੂੰ ਇੱਥੇ ਮੈਂ ਲਿਖ ਦਾਂਗਾ 0। ਇਹਦਾ ਮਤਲਬ ਬਣ ਗਿਆ 5 × 0। ਜੇ ਮੈਂ ਬ੍ਰੈਕਟ ਨਾ ਪਾਉਂਦਾ ਫਿਰ ਇਹ ਦੇਖਣ ਨੂੰ 50 ਲੱਗ ਸਕਦਾ ਸੀ। ਠੀਕ ਹੈ, ਇਸੇ ਢੰਗ ਦੇ ਨਾਲ -4, ਇੱਥੇ x ਦੀ ਕੀਮਤ ਅਸੀਂ 0 ਭਰਨੀ ਹੈ ਤੇ 0 ਦਾ ਵਰਗ ਹੋ ਜਾਏਗਾ। ਠੀਕ ਹੈ, ਵੈਸੇ x ਦਾ ਵਰਗ ਸੀ, 0 ਦਾ ਵਰਗ ਜਮਾ 3। ਠੀਕ ਹੈ, तो ਹੁਣ 5 ਨੂੰ 0 ਨਾਲ ਗੁਣਾ ਕੀਤਾ 5 ਹੀ ਆਏਗਾ, 0 ਹੀ ਆਏਗਾ। 4 ਨੂੰ, ਇਹ ਸਾਡੇ ਕੋਲ 0 ਦਾ ਸਕੁਆਇਰ 0 ਰਹੇਗਾ, 0 ਨੂੰ 4 ਨਾਲ ਗੁਣਾ ਕੀਤਾ ਇਹ ਵੀ ਸਾਡੇ ਕੋਲ 0 ਬਣੇਗਾ ਜਮਾ 3। ਠੀਕ ਹੈ, तो ਇਸ ਤਰ੍ਹਾਂ p0 ਜਿਹੜਾ ਹੈ ਸਾਡੇ ਕੋਲ 3 ਬਣ ਜਾਂਦਾ ਹੈ। ਇਹਦਾ ਭਾਵ ਕੀ ਹੈ ਕਿ ਸਾਡੇ ਕੋਲ ਬਹੁਪਦ ਜਿਹੜਾ 1 ਹੈ ਇਹਦੀ ਕੀਮਤ x = 0 ਦੇ ਲਈ 3 ਬਣ ਜਾਂਦੀ ਹੈ। ਜਦੋਂ x ਦੀ ਵੈਲਿਊ 0 ਹੋਏਗੀ ਉਸ ਵੇਲੇ ਇਸ ਬਹੁਪਦ ਦੀ ਜਿਹੜੀ ਕੀਮਤ ਹੈ, ਇਹਦਾ ਮੁੱਲ ਹੈ ਸਾਡੇ ਕੋਲ ਕੀ ਬਣ ਜਾਂਦਾ ਹੈ? 3। ਠੀਕ ਹੈ, ਇੱਥੇ ਲਿਖ ਦਾਂਗੇ। ਸੋ ਜਦੋਂ x = 0 ਹੈ ਤਾਂ है ਤਾਂ 5x - 4x² = 3 ਦਾ ਮੁੱਲ ਕਿੰਨਾ ਹੈ? 3। ਇਹ ਜਿਹੜਾ ਅਸੀਂ ਪਤਾ ਕੀਤਾ ਹੈ। ਠੀਕ ਹੈ, ਦਾ ਮੁੱਲ 3 ਬਣ ਜਾਂਦਾ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਇਸੇ ਪੋਲੀਨੋਮੀਅਲ ਦੇ ਵਿੱਚ ਇਸੇ ਬਹੁਪਦ ਦੇ ਵਿੱਚ ਜਦੋਂ ਅਸੀਂ x ਦੀ ਕੀਮਤ -1 ਭਰਾਂਗੇ ਤਾਂ ਉਹਦੇ ਕੋਰਸਪੋਂਡਿੰਗ ਸਾਡੇ ਕੋਲ ਇਹਦਾ ਕੁਛ ਨਾ ਕੁਛ ਉੱਤਰ ਜਿਹੜਾ ਬਣ ਜਾਏਗਾ। ਠੀਕ ਹੈ, ਤਾਂ ਆਪਾਂ ਕਰ ਲੈਂਦੇ ਹਾਂ ਦੂਜਾ ਪਾਰਟ। ਇਹਦਾ ਦੂਸਰਾ ਪਾਰਟ px ਸਾਡੇ ਕੋਲ ਕੀ ਹੈ? 5x - 4x² + 3। ਠੀਕ ਹੈ, तो ਜਦੋਂ ਸਾਡੇ ਕੋਲ x = -1 ਹੈ, x ਦੀ ਕੀਮਤ ਸਾਡੇ ਕੋਲ ਘਟਾਓ 1 ਹੈ, ਉਸ ਵੇਲੇ ਸਾਡੇ ਕੋਲ ਇਸ ਬਹੁਪਦ ਦੀ ਕੀਮਤ ਕੀ ਬਣੇਗੀ? तो ਇਹ ਪਤਾ ਕਰਨ ਲਈ ਅਸੀਂ ਜਿੱਥੇ ਵੀ ਸਾਡੇ ਕੋਲ x ਹੈ ਇਸ ਬਹੁਪਦ ਦੇ ਵਿੱਚ ਉਹਨੂੰ ਅਸੀਂ -1 ਦੇ ਨਾਲ ਰਿਪਲੇਸ ਕਰ ਦੇਵਾਂਗੇ। ਠੀਕ ਹੈ, ਇਹ 5 × -1 ਆ ਜਾਏਗਾ -4
फिर साढ़े कोल -1 स्क्वायर आ जाएगा, इतने +3 आ जाएगा। ठीक है, तो 5 इंटू -1 ये साढ़े कोल -5 बन जाएगा, और -4 -1 का स्क्वायर साढ़े कोल 1 के इक्वल ही होंगे। ठीक है, -1 गुणा -1, तो 1 गुणा 1 1 ही रहेगा, और माइनस माइनस प्लस हो जाता है। ठीक है, +3, तो ये साढ़े कोल बनता है -5 -4 जमा दे 3। ठीक है, -5 ते -4 -9 बन जाएंगे, जमा 3 ते साढ़े कोल उत्तर जिहड़ा की आएगा घटाओ दे 6 बन जाएगा। ठीक है, तो P -1 इक्वल्स टू -6। अगर इन्ना भी असीं लिख दिंने आ, तो इहदा भी साढ़े कोल यही मतलब है कि जदों x की कीमत साढ़े कोल -1 है, उस वेले जिहड़ा बहुपद दा मुल है वो साढ़े कोल घटाओ दे 6 बन जाता है, -6 बन जाता है। ठीक, इसे ढंग दे नाल तुसीं इहदा तीसरा पार्ट भी कर सकते हो। उहदे विच तुसीं x की जगह ते x नूं जदों हटाओगे तो उहदी जगह ते 2 फिल कर दोगे। ठीक है, तो 2 फिल करन दे नाल तुहाडे कोल सॉल्व करन तो बाद कुछ ना कुछ कीमत जिहड़ी आ जाएगी, बड़ी आसानी दे नाल तुसीं पता कर सकते हो। ठीक है, ठीक है विद्यार्थियों, तो इस तो बाद अगला सवाल देखते हैं। अगला सवाल साडे कोल स्क्रीन ते तुसीं देख सकते हो। हेठ लिखे बहुपदां विचों हरेक बहुपद लई P0 P1 P2 ਲੱਭੋ। ठीक है, तो ਇਹਦੇ ਚ ਬਿਲਕੁਲ ਅਸੀਂ ਜਿਵੇਂ ਪਿਛਲੇ ਸਵਾਲ ਦੇ ਵਿੱਚ ਕਰਕੇ ਆਏ ਹਾਂ, ਉਸੇ ਢੰਗ ਦੇ ਨਾਲ ਆਪਾਂ ਇਹਦੇ ਵਿੱਚ ਵੀ ਕਰਨਾ ਹੈ ਹੱਲ। ਸਭ ਤੋਂ ਪਹਿਲਾ ਸਵਾਲ ਆਪਾਂ ਦੇਖਦੇ ਹਾਂ। ਪਹਿਲਾ ਸਵਾਲ ਸਾਡੇ ਕੋਲ ਹੈ py ਬਰਾਬਰ y² ਮਾਈਨਸ y ਜਮਾ 1। ठीक है, ਹੁਣ ਜੋ ਸਾਨੂੰ ਪਤਾ ਕਰਨ ਵਾਸਤੇ ਕਿਆ ਹੋਇਆ, ਉਹਦੇ ਵਿੱਚ ਸਭ ਤੋਂ ਹੈ ਪਹਿਲਾਂ P0 ਦਾ ਭਾਵ ਹੈ ਕਿ y ਦੀ ਜਗ੍ਹਾ ਤੇ ਅਸੀਂ 0 ਭਰ ਦੇਣਾ। ਜਦੋਂ ਅਸੀਂ y ਦੀ ਜਗ੍ਹਾ ਤੇ 0 ਭਰਾਂਗੇ ਖੱਬੇ ਹੱਥ तो सज्जे पासे भी साडे कोल जिथे जिथे y हैगा उहदे विच भी असीं 0 फिल कर देंगे। ठीक है, तो P0 अगर इथों कैलकुलेट करना होए तो ये बनेगा 0 दा स्क्वायर -0 +1। ठीक है, 0 दा स्क्वायर -0 +1, और इनू हल करन दे तुहाडे कोल जिहड़ा कीमत है 1 बन जाएगी। P0 जिहड़ा साडे कोल 1 आ जाएगा। ठीक है, तो पहला जिहड़ा उत्तर है वो सानू मिल गया। इस तो बाद दूसरा जो सानू पता करने वास्ते क्या है, वो है P1। तो P1 के लिए असीं की करांगे, y की जगह ते जिहड़ा y की जगह ते असीं 1 भर देंगे। ठीक है, तो ये मेरे कोल बन जाएगा P1। ठीक है, P1, तो इत्थे y की जगह ते सज्जे पासे भी असीं 1 फिल कर देंगे, 1 का स्क्वायर हो जाएगा -1 + 1 हो जाएगा। ठीक, तो 1 का स्क्वायर 1 ही रहिंदा है, ये साडे कोल -1 ये +1 हो जाएगा। ठीक है, 1 ते दोनों कैंसल, साडे कोल उत्तर इहदा भी 1 ही बचा। सो P1 की कीमत भी साडे कोल P0 दे वांग 1 ही बन जाती है। ठीक, पॉसिबल है, हो सकता है, इहदे च कोई घबराने वाली जरूरत नहीं। साडे कोल उत्तर दोनों सेम आ सकते हैं अलग अलग कीमतां दे लई। ठीक है, इस तो बाद अगला पता करना आपां P2 का भाव है कि असीं y की जगह ते हुण की फिल करांगे, y नूं असीं रिप्लेस करांगे 2 दे नाल। ठीक है, अते P2, हाँ जी, P2 साडे कोल बनेगा 2 स्क्वायर, क्योंकि पहली टर्म साडे कोल y² है तो 2 स्क्वायर आ जाएगा, माइनस y की जगह ते साडे कोल 2 आ जाएगा। ठीक है, +1, तो ये बन जाएगा 2 2 4, 2 दूनी 4, उस तो बाद -2 जमा 1, साडे कोल इहदे च जमा दे जिहड़े 4 ते 1 ने ये 5 बन जाएंगे। ठीक है, 5 दे विचों 2 घटावांगे, साडे कोल उत्तर जिहड़ा 3 आ जाएगा। ठीक, सो इस ढंग दे नाल जिहड़ा P2 है वो अपने कोल 3 बन जाता है। ठीक है स्टूडेंट्स, तो बड़ी आसानी दे नाल आपां इह सवाल नूं कर सकते हैं। इसे ढंग दे नाल असीं PT बहुपद लवांगे दूसरा जिहड़ा है, इहदे विच भी P0 पता करन लई T दी जगह ते 0 फिल कर दांगे, P1 पता करन लई T दी जगह ते दोनों साइड 1 फिल कर दांगे, और P2 पता करन लई दोनों साइड T दी जगह ते 2 भर दांगे। तो बड़ी आसानी दे नाल तुसीं ये सारे सवाल कर सकते हो अगर तुहानूं पहला सवाल बिल्कुल चंगी तरह समझ आ गया है। ठीक है, जो हम तीजा सवाल तो बड़ी आसानी के नाल वैसे ही किया जा सकता है। अगर इतने असीं P0 पता करना है, x की जगह 0 फिल करांगे 0 बन जाएगा, 1 फिल करांगे तो 1 बन जाएगा, क्योंकि 1 का घन भी साडे कोल 1 ही हुंदा है। ठीक है, और इस तो बाद जिहड़ा 2 है ये असीं फिल करांगे P2 दे लई, ते 2 फिल करांगे तो 2 का क्यूब 2 का घन जिहड़ा वो साडे कोल 8 बन जाएगा। ठीक है स्टूडेंट्स, तो इहदे विचों तुसीं एक सवाल चलो चौथा जिहड़ा मैं कर देना। ठीक, हाँ जी, तो 4th क्वेश्चन दे विच साडे कोल है Px बराबर
x माइनस 1 x प्लस 1, ठीक है, x माइनस 1 इंटू एक्स प्लस 1। तो जो असी P0 फाइंड करना होया तो असी x की जगह 0 फिल करांगे, बनेगा 0 घटाओ 1, ठीक है, और 0 जमा 1 0 प्लस 1। तो 0 ਦੇ ਵਿੱਚੋਂ 1 ਘਟਾਵਾਂਗੇ ਸਾਡੇ ਕੋਲ -1 ਹੀ ਰਹੇਗਾ, ਠੀਕ, और ये ਸਾਡੇ ਕੋਲ 1 ਬਣੇਗਾ और ਮਲਟੀਪਲਾਈ ਕਰਨ ਤੇ ਸਾਡੇ ਕੋਲ -1 ਬਣ ਜਾਂਦਾ ਹੈ। तो P0 इक्वल्स टू -1, ठीक। इस तो बाद P1 फाइंड करना है ਆਪਾਂ। तो P1 कैलकुलेट ਕਰਨ ਦੇ ਲਈ x की जगह 1 फिल कर देंगे, 1 - 1 और 1 + 1 हो जाएगा, ठीक है। तो 1 - 1 ਸਾਡੇ ਕੋਲ 0 बन जाता है और दूसरी ब्रैकेट ਦੇ ਵਿੱਚ ਸਾਡੇ ਕੋਲ 2 आएगा, दोनों 0 ਨਾਲ गुणा करांगे ਸਾਡੇ ਕੋਲ 0 ही बन जाएगा। इस तो बाद P2 कैलकुलेट करना है ਅਸੀਂ, तो ਇਹਦੇ ਚ x की जगह 2 फिल कर देंगे, ठीक। तो ये बनेगा 2 घटाओ 1 2 - 1 और 2 + 1 2 + 1, ठीक है। 2 - 1 ਸਾਡੇ ਕੋਲ 1 ही रहेगा और 2 + 1 ਸਾਡੇ ਕੋਲ 3 हो जाएगा, ठीक। सो इस ढंग ਦੇ ਨਾਲ फोर्थ क्वेश्चन ਦੇ ਵਿੱਚ ਸਾਡੇ ਕੋਲ P0 ਦੀ ਵੈਲਿਊ -1 ਬਣੀ ਹੈ, P1 ਦੀ ਵੈਲਿਊ 0 ਬਣੀ ਹੈ, P2 ਜਿਹੜਾ ਸਾਡੇ ਕੋਲ 3 ਬਣਿਆ, ठीक है स्टूडेंट्स। तो इस तो बाद ਇਹਦੇ ਦੋ ਪਾਰਟ ਜਿਹੜੇ ਦੂਸਰਾ ਤੇ ਤੀਸਰਾ ਤੁਸੀਂ ਆਪਣੇ ਆਪ ਕਰ ਸਕਦੇ ਹੋ, ਬੜੀ ਆਸਾਨੀ ਦੇ ਨਾਲ ਹੋ ਜਾਣਗੇ, ਬਹੁਤ ਈਜ਼ੀਲੀ। ਅਗਲਾ ਸਾਡੇ ਕੋਲ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਇਸ ਐਕਸਰਸਾਈਜ਼ ਦਾ ਅਭਿਆਸ 2.2 ਦਾ ਤੀਜਾ ਸਵਾਲ। ਜਾਂਚ ਕਰੋ ਕਿ ਦਿਖਾਏ ਗਏ ਮੁੱਲ ਨਿਮਨਲਿਖਤ ਸਥਿਤੀਆਂ ਵਿੱਚ ਸੰਗਤ ਬਹੁਪਦ ਦੀਆਂ ਸਿਫਰਾਂ ਹਨ, ਠੀਕ ਹੈ। ਇਹਦਾ ਕੀ ਭਾਵ ਹੈ? ਬਹੁਪਦ ਦੀ ਸਿਫਰ ਜਿਹੜਾ ਉਹ ਸਾਡੇ ਕੋਲ ਕੀ, ਉਹਦਾ ਕੀ ਮਤਲਬ ਹੈ? ਬਹੁਪਦ ਦੀ ਸਿਫਰ, ਠੀਕ ਹੈ। ਜਿੱਦਾਂ ਕਿ ਅਸੀਂ ਲਾਸਟ ਪਿਛਲੇ ਕੁਐਸਚਨਸ ਦੇ ਵਿੱਚ ਕਰਕੇ ਆਏ ਹਾਂ, ਜਿੱਦਾਂ ਹੁਣ ਇਸੇ ਸਵਾਲ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤਾਂ ਜਿਹੜਾ px ਬਹੁਪਦ ਸੀ ਸਾਡੇ ਕੋਲ x - 1 x + 1, ਠੀਕ ਹੈ, ਇਹ ਸਾਡੇ ਕੋਲ ਪੋਲੀਨੋਮੀਅਲ ਸੀ। ਇਹਦੇ ਵਿੱਚ ਜਦੋਂ ਅਸੀਂ 0 ਫਿਲ ਕੀਤਾ ਤਾਂ ਸਾਡੇ ਕੋਲ ਜਿਹੜਾ ਉੱਤਰ ਹੈ ਉਹ ਸਾਨੂੰ -1 ਪ੍ਰਾਪਤ ਹੋਇਆ, ਠੀਕ ਹੈ। ਔਰ ਜਦੋਂ ਇਹਦੇ ਵਿੱਚ ਅਸੀਂ 1 ਭਰਿਆ ਤੇ ਸਾਡੇ ਕੋਲ ਉੱਤਰ ਜਿਹੜਾ ਉਹ 0 ਬਣ ਗਿਆ। ਜਦੋਂ ਅਸੀਂ ਇਹਦੇ ਵਿੱਚ 2 ਫਿਲ ਕੀਤਾ x ਦੀ ਜਗ੍ਹਾ ਤੇ ਸਾਡੇ ਕੋਲ ਉੱਤਰ ਕੀ ਬਣ ਗਿਆ? 3। ਸੋ ਕਿਸੇ ਵੀ ਬਹੁਪਦ ਦੇ ਵਿੱਚ ਜੇਕਰ ਚੱਲ ਦੀ ਕੋਈ ਅਸੀਂ ਸੰਖਿਆ ਭਰਦੇ ਹਾਂ ਔਰ ਸਾਡੇ ਕੋਲ ਜਿਹੜਾ ਉੱਤਰ ਹੈ ਉਸ ਬਹੁਪਦ ਦਾ ਜਿਹੜਾ ਮੁੱਲ ਹੈ ਉਹ 0 ਬਣ ਜਾਂਦਾ ਹੈ, ਠੀਕ ਹੈ, ਤਾਂ ਉਸ ਕੀਮਤ ਨੂੰ ਉਸ ਬਹੁਪਦ ਦੀ 0 ਕਿਹਾ ਜਾਂਦਾ ਹੈ, ਬਹੁਪਦ ਦਾ 0 ਕਿਹਾ ਜਾਂਦਾ ਹੈ। ਜਿਵੇਂ ਕਿ ਹੁਣ ਇਹ ਸਵਾਲ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਜਿਹੜਾ ਸੰਖਿਆ 1 ਹੈ, x ਜਦੋਂ ਅਸੀਂ 1 ਭਰਿਆ ਤਾਂ ਸਾਡੇ ਕੋਲ ਇਹਦਾ ਜਿਹੜਾ ਹੱਲ ਹੈ ਉਹ ਸਾਡੇ ਕੋਲ 0 ਬਣ ਗਿਆ, 0 ਬਣ ਗਿਆ। ਇਹਦਾ ਮਤਲਬ ਅਸੀਂ ਇਹਦੇ ਇੱਥੇ ਲਿਖ ਸਕਦੇ ਹਾਂ ਕਿ x = 1 ਬਹੁਪਦ x - 1 x + 1 ਦਾ 0 ਹੈ, ठीक है। That means x = 1 is the 0 of polynomial x - 1 x + 1, ठीक है। ठीक है, मैं रिपीट करना अपनी गल ਨੂੰ, ਕਿਸੇ ਵੀ ਬਹੁਪਦ ਦੇ ਵਿੱਚ ਜਦੋਂ ਅਸੀਂ ਕਿਸੇ ਚੱਲ ਦੀ ਕੋਈ ਸੰਖਿਆ ਭਰੀਏ ਤਾਂ ਜਿਸ ਸੰਖਿਆ ਦੇ ਲਈ ਚੱਲ ਦੀ ਜਿਸ ਕੀਮਤ ਦੇ ਲਈ ਉਸ ਬਹੁਪਦ ਦੀ ਕੀਮਤ ਸਾਡੇ ਕੋਲ 0 ਹੋ ਜਾਏ, ਠੀਕ ਹੈ, ਤਾਂ ਉਸ ਸੰਖਿਆ ਨੂੰ ਅਸੀਂ ਉਸ ਬਹੁਪਦ ਦਾ 0 ਕਹਿੰਦੇ ਹਾਂ। ਇਸ ਕੇਸ ਦੇ ਵਿੱਚ ਸਾਡੇ ਕੋਲ ਕਿਉਂਕਿ x = 1 ਭਰਨ ਦੇ ਉੱਤੇ x = 1 ਭਰਨ ਦੇ ਉੱਤੇ ਸਾਡੇ ਕੋਲ ਬਹੁਪਦ ਦੀ ਕੀਮਤ 0 ਬਣਦੀ ਪਈ ਹੈ, ਇਸ ਲਈ x = 1 ਇਸ ਬਹੁਪਦ ਦਾ 0 ਹੈ, ਠੀਕ ਹੈ। ਸੋ ਅਗਰ ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੈ ਤਾਂ ਬੜੀ ਆਸਾਨੀ ਦੇ ਨਾਲ ਸਵਾਲ ਅਸੀਂ ਹੱਲ ਕਰ ਸਕਦੇ ਹਾਂ। ਹੁਣ ਇਹਦੇ ਵਿੱਚ ਆਪਾਂ ਹਰ ਇੱਕ ਸਵਾਲ ਨੂੰ ਦੇਖੀਏ। ਦੇਖੋ ਜਿਹਦਾ ਪਹਿਲਾ ਸਵਾਲ ਹੈ ਸਾਡੇ ਕੋਲ, ਇਹਦੇ ਵਿੱਚ ਸਾਨੂੰ ਬਹੁਪਦ ਦਿੱਤਾ ਹੋਇਆ px = 3x - 1 ਤੇ ਜਿਹੜੀ ਨਾਲ ਚੱਲ ਦੀ ਕੀਮਤ ਦਿੱਤੀ ਹੋਈ ਹੈ ਉਹ ਦਿੱਤੀ ਹੋਈ ਹੈ x = -1/3, ਠੀਕ ਹੈ। ਤਾਂ ਅਸੀਂ ਕੀ ਕਰਨਾ, ਇਸ ਬਹੁਪਦ ਦੇ ਵਿੱਚ x ਦੀ ਜਗ੍ਹਾ ਤੇ -1/3 ਅਸੀਂ ਭਰ ਦਿਆਂਗੇ, ਠੀਕ ਹੈ। तो -1/3 ਭਰਨ ਤੇ ਜੇਕਰ ਸਾਡੇ ਕੋਲ ਬਹੁਪਦ ਦਾ ਜਿਹੜਾ ਮੁੱਲ ਹੈ ਉਹ 0 ਬਣ ਗਿਆ, 0 ਬਣ ਗਿਆ, ਫਿਰ ਅਸੀਂ ਬੋਲਾਂਗੇ ਕਿ x = -1/3 ਇਸ ਬਹੁਪਦ ਦਾ 0 ਹੈ, ਠੀਕ ਹੈ। ਜੇ 0 ਨਾ ਬਣਿਆ, 0 ਨਾ ਬਣਿਆ, ਫਿਰ ਅਸੀਂ ਬੋਲਾਂਗੇ, ਲਿਖ ਦਿਆਂਗੇ ਕਿ x = -1/3 ਇਸ ਬਹੁਪਦ ਦਾ 0 नहीं है, ठीक है। तो आओ देखते हैं हल। पहला सवाल है साडे कोल px = 3x - 1, ठीक है, और x की वैल्यू है सानू दित्ती हुई -1/3।
तो ये असी x की जगह ते -1/3 भरांगे। ये साडे कोल बनेगा 3 गुणा -1/3 जमा 1। ठीक है, 3 दे नाल 3 कटिया जाएगा, ये अपने कोल बनेगा -1 जमा 1 बराबर हो गया 0। ठीक है ना, तो x की वैल्यू x बराबर -1/3 ਦੇ ਲਈ ਸਾਡੇ ਕੋਲ ਜਿਹੜਾ px ਹੈ ਉਹਦਾ ਮੁੱਲ ਕੀ ਹੋ ਜਾਂਦਾ 0। ਇਹਦਾ ਮਤਲਬ ਅਸੀਂ ਲਿਖ ਸਕਦੇ ਹਾਂ ਕਿ x ਬਰਾबर -1/3 ਇਸ ਬਹੁਪਦ ਦਾ ਸਿਫਰ ਹੈ। ਠੀਕ ਹੈ, ਕਿਉਂਕਿ p of -1/3 बराबर 0 है, इसलिए x बराबर -1/3 px दा सिफर है। ठीक है, 0 ऑफ दिस पॉलीनोमियल सिफर है। ठीक, तो मेरे हिसाब ਦੇ ਨਾਲ अगर ਤੁਸੀਂ बहुत ध्यान ਦੇ ਨਾਲ देख रहे हो ਤਾਂ ਤੁਸੀਂ ਇਸ ਚੀਜ਼ ਨੂੰ ਸਮਝ ਗਏ ਹੋਵੋਗੇ। ਹੁਣ ਇਸੇ ਢੰਗ ਦੇ ਨਾਲ ਅਸੀਂ ਹਰ ਸਵਾਲ ਦੇ ਵਿੱਚ ਕਰਨਾ ਹੈ। ਸਾਰੇ ਸਵਾਲ ਤਾਂ ਮੈਂ ਹੱਲ ਨਹੀਂ ਕਰਾਂਗਾ, ਇਹਦੇ ਵਿੱਚੋਂ ਇੱਕ ਦੋ ਸਵਾਲ ਹੋਰ ਹੱਲ ਕਰਾਂਗਾ। ਹੁਣ ਜਿੱਦਾਂ ਇਹ ਸਾਡੇ ਕੋਲ px ਹੈ, ਇਹਦੇ ਵਿੱਚ ਜਿਹੜੀ ਸਾਡੇ ਕੋਲ ਬਹੁਪਦ ਹੈ, ਜਿਹੜਾ ਪੋਲੀਨੋਮੀਅਲ ਹੈ ਉਹ ਸਾਡੇ ਕੋਲ ਇਹ ਹੈ, ਔਰ x ਦੀ ਜਿਹੜੀ ਕੀਮਤ ਦਿੱਤੀ ਹੋਈ ਹੈ ਉਹ ਸਾਡੇ ਕੋਲ ਇਹ ਹੈ। ਠੀਕ, तो x की कीमत ਅਸੀਂ ਇੱਥੇ ਭਰਾਂਗੇ, ਭਰਨ ਦੇ ਨਾਲ ਜੇ ਤਾਂ ਸਾਡੇ ਕੋਲ ਉੱਤਰ 0 ਬਣ ਗਿਆ ਫਿਰ ਤਾਂ ਅਸੀਂ ਲਿਖ ਦਿਆਂਗੇ x ਬਰਾਬਰ 4/5 ਜਿਹੜਾ ਇਸ ਬਹੁਪਦ ਦਾ ਸਿਫਰ ਹੈ। ਜੇ ਨਾ 0 ਬਣਿਆ ਤਾਂ ਨਹੀਂ ਸਿਫਰ ਹੈ। ਠੀਕ ਹੈ, तो ਇਹਨੂੰ ਵੀ ਆਪਾਂ ਦੇਖ ਲੈਂਦੇ ਹਾਂ ਸੈਕਿੰਡ ਕੁਐਸਚਨ ਨੂੰ। ਇੱਥੇ ਕਰ ਦੇਣਾ ਮੈਂ ਸੈਕਿੰਡ ਕੁਐਸਚਨ। px बराबर 5x माइनस पाई और x बराबर 4/5। ठीक है, तो x की जगह ਅਸੀਂ कीमत भरांगे 4/5। ये ਸਾਡੇ ਕੋਲ बन जाएगा 5। ਇੱਥੇ ਵੀ ਸਾਡੇ ਕੋਲ x की जगह 4/5 आ जाएगा। 5 गुणा 4/5 माइनस पाई। ठीक है, 5 ਦੇ ਨਾਲ 5 ਕੱਟਿਆ ਜਾਏਗਾ, ਇਹ ਸਾਡੇ ਕੋਲ बन जाएगा 4 माइनस पाई। ਹੁਣ 4 माइनस पाई की कीमत तो 0 के बराबर नहीं है, इट इज नॉट इक्वल टू 0। ठीक है, तो ਅਸੀਂ लिख देंगे p ब्रैकेट 4/5 is equal to 4 minus pi is not equal to 0। इसलिए x बराबर 4/5 px दा सिफर नहीं है। दा सिफर नहीं है। ठीक है स्टूडेंट्स, सो इसी ढंग दे नाल बाकी सारे सवाल भी ਜਿਹੜੇ ਕੀਤੇ ਜਾ ਸਕਦੇ ਨੇ। ਥੋੜਾ ਥੋੜਾ ਹਿੰਟ ਮੈਂ ਦੇ ਦਿੰਦਾ ਹੈ। ਤੀਜੇ ਸਵਾਲ ਦੇ ਵਿੱਚ ਜਿਹੜਾ ਪੋਲੀਨੋਮੀਅਲ ਹੈ, ਸਾਡੇ ਕੋਲ ਪੋਲੀਨੋਮੀਅਲ ਹੈ, ਇਹਦੇ ਵਿੱਚ ਜਿਹੜੀਆਂ ਦੋ ਕੀਮਤਾਂ ਤੁਸੀਂ ਭਰ ਕੇ ਦੇਖਣੀਆਂ ਨੇ। ਪਹਿਲਾਂ ਤੁਸੀਂ ਇਹ ਇੱਕ ਸਵਾਲ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਦੋ ਸਵਾਲ ਸਾਨੂੰ ਦਿੱਤੇ ਹੋਏ ਆ ਥਰਡ ਕੁਐਸਚਨ ਦੇ ਵਿੱਚ। ਠੀਕ ਹੈ, x ਦੀ ਕੀਮਤ 1 ਭਰੋਗੇ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ p1 ਦੀ ਵੈਲਿਊ ਆ ਜਾਏਗੀ, ਫਿਰ -1 ਭਰੋਗੇ ਉਹਦੇ ਕੋਰਸਪੋਂਡਿੰਗ ਅਲੱਗ ਕੀਮਤ ਆ ਜਾਏਗੀ। ਠੀਕ ਹੈ, ਤਾਂ ਤੁਸੀਂ ਦੋਨਾਂ ਦੇ ਉੱਤੇ ਦੇਖਣਾ, ਜਿੱਦਾਂ ਦੋਨਾਂ ਤੇ ਸਿਫਰ ਬਣਦਾ ਹੈ, ਇਹਦਾ ਮੁੱਲ ਸਾਡੇ ਕੋਲ 0 ਬਣ ਜਾਂਦਾ, ਫਿਰ ਤਾਂ ਅਸੀਂ ਬੋਲਾਂਗੇ ਕਿ ਦੋਨਾਂ ਦੇ ਲਈ ਹੀ ਜਿਹੜਾ ਇਸ ਦੋਨੋਂ ਹੀ ਜਿਹੜੇ ਇਸ px ਦਾ ਸਿਫਰ ਹੈਗੇ ਨੇ। ਜੇ ਨਹੀਂ ਬਣਦਾ ਤਾਂ ਦੋਨੋਂ ਹੀ ਨਹੀਂ ਹੈਗੇ ਨੇ, ਜਾਂ ਜਿਸ ਵੀ x ਦੀ ਕੀਮਤ ਦੇ ਲਈ px ਦੀ ਕੀਮਤ ਜਿਹੜੀ ਸਿਫਰ ਬਣੇਗੀ ਉਹ x ਦੀ ਕੀਮਤ ਇਸ ਬਹੁਪਦ ਦਾ ਸਿਫਰ ਹੋਏਗੀ। ਠੀਕ ਹੈ, ਸੋ ਇਸੇ ਢੰਗ ਦੇ ਨਾਲ फोर्थ क्वेश्चन ਦੇ ਵਿੱਚ ਵੀ ਸਾਡੇ ਕੋਲ ਦੋ ਕੀਮਤਾਂ ਦਿੱਤੀਆਂ ਗਈਆਂ ਨੇ, ਦੋਨੋਂ ਹੀ ਤੁਸੀਂ ਭਰ ਕੇ ਦੇਖਣੀਆਂ ਨੇ। ठीक है, और पंजवां भी हो जाएगा, छेवां भी हो जाएगा, बड़ी छेवां मैं कर देना। ठीक है, छेवां ते सतवां सवाल दो होर ये मैं हल कर देना, बाकी दे सवाल तुसी अपने आप ਜਿਹੜੇ हल कर ਲੈਣੇ ਨੇ। ठीक, कोई भी दिक्कत होएगी तो नीचे कमेंट बॉक्स ਦੇ ਵਿੱਚ ਦੱਸ ਦਿਓ ਤੇ ਉਹ ਕੁਐਸਚਨ ਮੈਂ ਕੋਸ਼ਿਸ਼ ਕਰਾਂਗਾ ਦਾ ਕਮੈਂਟ ਬਾਕਸ ਦੇ ਵਿੱਚ ਹੀ ਉਹਦਾ ਆਨਸਰ ਕਰਨ ਦੀ। ਹਾਂ, तो 6 क्वेश्चन ਸਾਡੇ ਕੋਲ ਹੈ px बराबर lx प्लस m। ठीक है, और x की वैल्यू है साढ़े कोल -m/l। ठीक है, ये ਅਸੀਂ ਇੱਥੇ ਫਿਲ कर देंगे p ऑफ -m/l, तो ये बन जाएगा साढ़े कोल l इंटू -m/l प्लस m। ठीक है, तो ये l ਦੇ ਨਾਲ l ਜਿਹੜੀ ਕੱਟੀ ਜਾएगी, ये साढ़े कोल -m बराबर -m जमा m बचेगा और प्लस माइनस ये दोनों भी कटे जाएंगे आपस, उत्तर साढ़े कोल आ जाएगा 0। तो क्योंकि p m/l ये साढ़े कोल 0 बन गया। ठीक है, ਇਹਦਾ मतलब x की ਜਿਹੜੀ कीमत है साढ़े कोल m/l सी -m/l, therefore x equals to -m/l। ठीक है, px बहुपद ਦਾ ਸਿਫਰ है। ठीक
ठीक है, इस बहुपद का सिफर है। ठीक है बच्चों, तो इस तो बाद 7th क्वेश्चन जो वो भी आप करते हैं। सैवंथ क्वेश्चन साढ़े कोल है px बराबर 3x² -1 और x की कीमत है -1/√3, दूसरी कीमत है 2/√3। ठीक है, तो सब तो पहला असी x की वैल्यू जी -1/√3 लैने, -1/√3 ये साढ़े को बन जाएगा 3 इंटू -1/√3 होल स्क्वायर। ठीक है, x का स्क्वायर सी थे -1/√3 का स्क्वायर हो गया वर्गमूल 3 का स्क्वायर -1। ਹੁਣ ਜਦੋਂ ਅਸੀਂ ਇਹਦਾ ਸਕੁਆਇਰ ਕਰਾਂਗੇ, ਜਦੋਂ ਘਟਾਓ ਵਾਲੇ ਨੰਬਰ ਦਾ ਵਰਗ ਹੁੰਦਾ ਹੈ ਤਾਂ ਪਹਿਲੀ ਗੱਲ ਤਾਂ ਘਟਾਓ ਜਿਹੜਾ ਉਹ ਨਿਸ਼ਾਨ ਸਾਡੇ ਕੋਲ ਖਤਮ ਹੋ ਜਾਂਦਾ, ਮਾਈਨਸ ਮਾਈਨਸ ਪਲੱਸ ਹੋ ਜਾਂਦਾ ਔਰ ਨੀਚੋਂ ਜਿਹੜਾ ਇਹ ਵਰਗ ਹੈ ਵਰਗਮੂਲ ਹੈ ਇਹ ਵੀ ਵਰਗ ਦੇ ਨਾਲ ਖਤਮ ਹੋ ਜਾਏਗਾ, ਇਹ ਸਾਡੇ ਕੋਲ 1/3 ਬਣ ਜਾਏਗਾ। ਠੀਕ ਹੈ, 1/3 -1 ਇਹ 3 ਦੇ ਨਾਲ 3 1 ਕੱਟਿਆ ਗਿਆ, ਸਾਡੇ ਕੋਲ 1 ਘਟਾਓ 1 ਬਰਾਬਰ 0 ਹੋ ਜਾਏਗਾ। ਠੀਕ, तो ये साडे कोल जिहड़ी कीमत है इस बहुपद की जो x की कीमत -1/वर्गमूल 3 है -1/√3 है वो साडे कोल बन गई 0। अगर 0 बन गई दा मतलब की होया साडे कोल कि x बराबर -1/वर्गमूल 3 बहुपद दा 0 है। ठीक है, इसे ढंग दे नाल हुण असीं की करांगे ਅਤੇ दूसरी कीमत जी सानू x की दी हुई है वो है 2/वर्गमूल 3, तो 2/वर्गमूल 3 असीं इहदे फिल करके देखांगे। ये साडे कोल बनेगा 3 गुणा 2/वर्गमूल 3 स्क्वायर -1। ठीक, तो इनू हल करते हैं आपां, ये साडे कोल बन जाएगा 3। हाँ जी, इहदा वर्ग करांगे 2 का वर्ग साडे कोल 4 हो जाएगा पुत्र, और वर्गमूल 2 है वर्गमूल 3 है तो ये वर्ग जड़ा है वो स्क्वायर के नाल खत्म हो जाएगा, इत्थे साडे कोल आएगा 3 -1 है, फिर 3 दे नाल 3 कटिया जाएगा, ये साडे कोल बचेगा 4 - 1 = 3। ठीक है, तो p 2/वर्गमूल 3 की जिहड़ी कीमत है वो साडे कोल 3 आ गई, 0 नहीं आई। ठीक है, 0 नहीं आई, इसलिए असीं की लिखांगे कि x बराबर इसलिए x बराबर 2/वर्गमूल 3 px बहुपद का 0 नहीं है। ठीक है, सो इसे ढंग दे नाल इहदे बाकी सवाल भी तुसीं जिहड़े हो हल कर सकते हो। ठीक, ठीक है, लगभग 3-4 क्वेश्चन तो ये मैं कर दिते ने। ठीक है विद्यार्थियों, तो नैक्सट क्वेश्चन देखते हैं असीं। इस तो बाद अगला सवाल साडे कोल है, हेठां दित्तियां स्थितियां विचों हरेक स्थिति विच बहुपद दी 0 लभो। पिछले सवाल दे विच सानूं इह किहा गया सी कीमतां नाल x दीयां दित्तियां होईयां सी, ये पता करना सी कि असीं इस बहुपद दी 0 है जां नहीं। इहदे विच सानूं बहुपद दित्ता होया और असीं उहदी 0 जिहड़ी पता करनी है। बहुत ही आसान सवाल है। ठीक है, तो जिहदा पहला सवाल है साडे कोल px बराबर x = 5। ठीक है, हुण असीं इहदी 0 पता करनी है। 0 की हुंदी है x की वो कीमत जिहदे लई साडे कोल इस बहुपद की कीमत 0 हो जाए, 0 हो जाए। तो असीं की करना है, इस बहुपद नूं 0 दे इक्वल पहले ही पुट कर देना, 0 दे इक्वल पहले ही पुट कर लेना ते बराबर रख के उत्थों जो साडे कोल x की कीमत आएगी वही साडे कोल उत्तर होएगा। ठीक है, तो px बराबर 0 इंप्लाइज x = 5 बराबर 0। ठीक है, और ये x की कीमत पता करने लिए 5 नूं दूजे पासे ले जाओ, साडे कोल घटाओ दे 5 हो जाएंगे, और ये ही साडे कोल इस बहुपद की 0 है। ठीक है, तो x बराबर -5 px बराबर x = 5 का 0 है या दी 0 है। ठीक है, इसे ढंग दे नाल बाकी सारे सवालों के भी आपां करना है, सिर्फ px नूं बराबर 0 रखना है, उतों जो x की कीमत आ जाएगी वही साडे कोल हल होएगा। जिद्दां हुण इहदा ही सैकेंड पार्ट आपां देख लैंदे हां।
सैकेंड पार्ट थर्ड कर देना मैं। तीजा सवाल है साढ़े कोल px बराबर 2x जमा 5, ठीक है। तो ये सिफर पता करने लिए असीं की करना है, px ਨੂੰ बराबर 0 रख देंगे, ठीक है, कि px कदों 0 होएगा, ठीक, वो कदों होएगा इत्थों जो साढ़े कोल x की कीमत आएगी उदों होएगा, ठीक है। तो ये 5 ਨੂੰ दूजे पासे शिफ्ट करांगे, साढ़े कोल हो जाएगा -5, ਇਹਦੇ ਵਿੱਚੋਂ x ਦੀ ਕੀਮਤ ਪਤਾ ਕਰਨ ਲਈ 2 ਨੂੰ ਜਦੋਂ ਅਸੀਂ ਦੂਜੇ ਪਾਸੇ ਲੈ ਕੇ ਜਾਵਾਂਗੇ ਉਹ -5 ਨੂੰ ਭਾਗ ਕਰੇਗਾ, ਠੀਕ ਹੈ। तो x बराबर -5/2 साढ़े कोल इस बहुपद का सिफर है, ठीक है। इस तरह x बराबर -5/2 px बराबर 2x जमा 5 का सिफर है। ठीक है स्टूडेंट्स, तो बहुत सौखे सवाल ने हैं। सवाल वैसे सारे सौखे होंगे, मैनू तो सारे सौखे लगते हैं, थोड़े लिए कुछ नवे भी होंगे, पर इन्हों कोशिश करोगे तो बड़ी आसानी के नाल कर लोगे तो थोड़े को अगे तक भी काम आएंगे, ठीक है। सो इसी ढंग के नाल इनू 3x -2 ਨੂੰ ਤੁਸੀਂ 0 के बराबर रखोगे तो x की वैल्यू थोड़े को 2/3 आ जाएगी, ठीक है, 2/3। और 3x ਨੂੰ ਜਦੋਂ रखोगे 0 के बराबर, पंजवें सवाल ਦੇ ਵਿੱਚ ਕੀ करोगे ਤੁਸੀਂ, px बराबर 0 इंप्लाइज 3x इक्वल्स टू 0, ठीक है। तो ये x की कीमत भी साढ़े को 0 आ जाएगी, क्यों, क्योंकि 3 ते x की जी गुणा है वो 0 बन रही है, तो 3 तो 0 है नहीं, इसका मतलब x 0 होना चाहिए। साढ़े को दो नंबरों की, दो संख्यावां की जी मल्टीप्लीकेशन है, गुणा, वो तां ही 0 बनती अगर वो एक संख्या 0 हो, ठीक है। तो ये 3 0 हो नहीं सकता, तो x 0 होएगा, ठीक है। तो यही साढ़े कोल इस बहुपद का सिफर है, ठीक। इसे ढंग दे नाल ये भी बिल्कुल इसे ढंग दे नाल हो जाएगा, पंजवां ते छेवां बिल्कुल सही ने, सेम ने, सिर्फ तीन दी जगह ते ए लिखा होया, ए दी जगह ते कुछ भी लिखा हो सकता, कोई दिक्कत नहीं होती, ठीक। और लास्ट जिहड़ा 7वां क्वेश्चन तुसीं कर सकते हो बड़ी आसानी दे नाल, px ਨੂੰ ਜਦੋਂ 0 ਫਿਲ ਕਰੋਗੇ लास्ट क्वेश्चन ਦੇ ਵਿੱਚ, ਇਹ ਤੁਹਾਡੇ ਕੋਲ ਆਏਗਾ cx जमा d बराबर 0, ठीक है। और ਇਹਦੇ ਵਿੱਚੋਂ x ਦੀ ਕੀਮਤ ਜਦੋਂ ਪਤਾ ਕਰੋਗੇ तो ਪਹਿਲਾਂ cx ਨੂੰ ਇੱਧਰ ਰੱਖੋਗੇ, d ਨੂੰ ਦੂਜੇ ਪਾਸੇ शिफ्ट करोगे तो -d हो जाएगा, इतों x की कीमत जी पता करोगे तो -d/c आ जाएगी, ठीक है। तो ये साढ़े कोल इस सवाल का जिहड़ा सिफर हो जाएगा, इस बहुपद का सिफर हो जाएगा, ठीक है। तो 2.2 अभ्यास के सारे क्वेश्चन लगभग असीं इन्हां वीडियोज़ दे विच अज कर लए ने, ठीक है। उम्मीद है जिहड़े क्वेश्चन तुहाडे वास्ते छड्डे ने तुसीं अपने आप करोगे। जे किसी चीज़ की नहीं, जे कोई चीज़ नहीं पता लगती तो वीडियो नूं रिपीट करके देख सकते हो, फिर भी कोई डाउट आया तो नीचे कमेंट सैक्शन दे विच कमेंट करके पूछ सकते हो, ठीक है। ठीक है स्टूडेंट्स, तो मिलते हैं फिर आपां नैक्सट वीडियो दे विच, नैक्सट एक्सरसाइज, नैक्सट कॉन्सैप्ट दे नाल। अज दे दिन असीं जो चीज़ां सीखियां ने, एक तो असीं पॉलीनोमीअल किसी भी बहुपद दे विच एक्स की वैल्यू जां चलदी वैल्यू किवें फिल करके उहदा असीं मुल पता करना है वो सीखिया। उस तो बाद असीं बहुपद दा सिफर किवें पता करना है वो भी सीखिया। और संख्यावां सानूं दित्तियां होण, चलां दीयां कीमतां दित्तियां होण, उन्हां तो असीं ये पता करना होवे कि ये साडे कोल दित्ते होए बहुपद दे सिफर हन या नहीं, वो असीं पता करना सीखिया, ठीक है जी। तो मिलते हैं फिर अगली वीडियो दे विच। लास्ट तक वीडियो देखने लई थैंक यू।